ਧੰਨ ਵਾਹਿਗੁਰੂ ਸਾਹਿਬ ਜੀ। ਕਬੀਰਾ ਧੁਰ ਸਕੇਲ ਕੈ ਪੂਰਿਆ, ਬਾਂਧੀ ਦੇਹ ਦਿਵਸ ਚਾਰ ਕੋ ਪੇਖਨਾ, ਅੰਤ ਖੇਹ ਕੀ ਖੇਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਦੇ 1364 ਅੰਗ ਤੋਂ ਲੈ ਕੇ 1377 ਅੰਗ ਤੱਕ 243 ਸ਼ਲੋਕ ਸੁਸ਼ੋਭਿਤ ਹਨ। 1372 ਅੰਗ ਤੇ ਵਿਚਾਰ ਹੋਈ, 1373 ਅੰਗ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कबीर निरप नारी को निंदिया, क्यों हर चेरी को मान। ओ मांग सवारै बिरख को, ओह सिमरै हर नाम। हे कबीर, छत्रपति राजे दी राणी नूं क्यों निंददा है ਅਤੇ ਸੰਤ ਮਹਾਤਮਾ ਦੀ ਦਾਸੀ ਨੂੰ ਕਿਉਂ ਵਡਿਆਈ ਦਿੱਤੀ ਜਾਂਦੀ ਹੈ? ਇਸ ਦਾ ਕਾਰਨ ਇਹ ਹੈ ਕਿ ਰਾਜੇ ਦੀ ਰਾਣੀ ਆਪਣੀ ਕਾਮ ਪੂਰਤੀ ਵਾਸਤੇ ਆਪਣੇ ਸਿਰ ਦੀ ਮਾਂਗ ਚੀਰਨੀ ਨੂੰ ਸੰਦੂਰ ਆਦਿਕ ਲਾ ਕੇ ਸਵਾਰਦੀ ਰਹਿੰਦੀ ਹੈ ਅਤੇ ਸੰਤਾਂ ਦੀ ਦਾਸੀ ਸੰਤਾਂ ਦੀ ਸੰਗਤ ਵਿੱਚ ਹਰੀ ਨਾਮ ਦਾ ਸਿਮਰਨ ਕਰਦੀ ਰਹਿੰਦੀ ਹੈ। ਕਬੀਰ ਥੂਨੀ ਪਾਈ ਥਿਤ ਭਈ, ਸਤਿਗੁਰੂ ਬੰਧੀ ਧੀਰ। ਕਬੀਰ ਹੀਰਾ ਬੰਜਿਆ, ਮਾਨ ਸਰੋਵਰ ਤੀਰ। ਕਬੀਰ ਜੀ ਕਹਿੰਦੇ ਹਨ, ਥੰਮੀ ਰੂਪ ਗੁਰੂ ਦਾ ਸ਼ਬਦ ਮਿਲਿਆ ਤਾਂ ਮਨ ਦੀ ਸਥਿਰਤਾ ਹੋ ਗਈ ਅਤੇ ਸਤਿਗੁਰੂ ਜੀ ਨੇ ਧੀਰਜ ਨਿਸ਼ਚਾ ਦ੍ਰਿੜ ਕਰ ਦਿੱਤਾ। ਫਿਰ ਆਖਦੇ ਹਨ ਕਿ ਇਸ ਮਨ ਦੀ ਸਥਿਰਤਾ ਵਿੱਚ ਮਾਨ ਸਰੋਵਰ ਸਤਸੰਗ ਪਾਸੋਂ ਹੀਰਾ ਪ੍ਰਭੂ ਦਾ ਨਾਮ ਖਰੀਦਿਆ ਹੈ। कबीर हर ही राजन जोहरी, लेकै मांडे हाट। जब ही पाइए पारखू, तब हीरन की साट। कबीर जी कहते हैं, परमात्मा दा नाम हीरा है। प्रभु भगत उस दे ਨਾਮ ਹੀਰੇ ਦੇ ਖਰੀਦਦਾਰ ਹਨ, ਜਿਸ ਨੂੰ ਲੈ ਕੇ ਆਪਣੀ ਹੱਟੀਆਂ ਹਿਰਦਿਆਂ ਨੂੰ ਸਵਾਰਦੇ ਹਨ। ਜਦ ਇਸ ਦੀ ਪਰਖ ਕਰਨ ਵਾਲੇ ਮਿਲਦੇ ਹਨ, ਤਦੋਂ ਹੀ ਇਹਨਾਂ ਹੀਰਿਆਂ ਦੀ ਪਰਖ ਹੁੰਦੀ ਹੈ। ਅਰਥਾਤ ਸਤਸੰਗ ਵਿੱਚ ਗਿਆਨ ਦੀ ਚਰਚਾ ਹੁੰਦੀ ਹੈ। ਕਬੀਰ काम परे हर सिमरियै, ऐसा सिमरो नित। अमरापुर बासा करो, हर गया बाहुरै बित। हे कबीर, जिस तरह किसे कम पैण ते परमात्मा नूं याद करीदा है, ਇਸ ਤਰ੍ਹਾਂ ਹੀ ਉਸ ਨੂੰ ਸਦਾ ਯਾਦ ਕਰੋ। ਤਦ ਤੁਸੀਂ ਅਮਰਾਪੁਰ, ਬੈਕੁੰਠ ਧਾਮ ਅਥਵਾ ਸੱਚਖੰਡ ਵਿੱਚ ਨਿਵਾਸ ਕਰ ਲਓਗੇ ਅਤੇ ਤੁਹਾਡਾ ਗਿਆ ਹੋਇਆ ਬਿੱਤ ਸ਼ੁਭ ਗੁਣਾਂ ਦਾ ਧਨ ਪਦਾਰਥ ਪਰਮਾਤਮਾ ਮੋੜ ਦੇਵੇਗਾ
अर्थात तुसी शुभ गुण संपन्न हो जाओगे। कबीर सेवा को दोए भले, एक संत एक राम। राम जो दाता मुक्त को, संत जपावे नाम। कबीर जी कहते ਹਨ सेवा कराने वास्ते दो ही चंगे ਹਨ, एक संत ਅਤੇ दूजा परमात्मा। क्योंकि परमात्मा मुक्ति देण वाला है ते संत उस मुक्ति दाते दा नाम जपवाउंदा है। कबीर जेह मार्ग पंडत गए, पाछै परी बहीर। एक अवघट घाटी राम की, तह चढ़ गयो कबीर। कबीर जी कहते ਹਨ जिस कर्म कांडा दे रस्ते उत्ते पंडित लोक लंघ गए ਹਨ, उन्हां दे पिछे वहीरा तुर पईयां ਹਨ। परमात्मा दे रस्ते दी एक घड़ी औखी घाटी है, जिस उत्ते कबीर चढ़ रहा है। अर्थात कर्म कांडा दे रस्ते नूं त्याग के कबीर जी प्रभु भगती विच लगे ਹਨ। कबीर दुनिया के दोखे मुआ, चालत कुल की कान। तब कुल किसका लाज सी, जब ले धरे मसान। कबीर जी कहते ਹਨ ਇਹ पुरुष दुनिया दे फिकरां विच ही मर जांदा है ਅਤੇ अपनी कुल दी रीति नूं अपनाउंदा है कि जेकर कुल दी रीति मैं ना कीती तां लोक की आखणगे। इस संबंध विच कबीर जी कहते ਹਨ कि जद तैनू शमशान भूमि विच लिजा के फूकण वास्ते तेरे संबंधी तैनू रख देणगे, तां उस समय किस दी कुल नू शर्मसारी होएगी। कबीर डूबेंगो रे बापुरे, बहु लोगन की कान। पारोसी के जो हुआ, तू अपने भी जान। कबीर जी कहते ਹਨ बापुरे मंदभागी पुरुष बहुत लोकां दी कान लोक लाज विच ही डूब जाएगा, अपना आप गवा लवेगा। विचार कर जो अज गुआंढी दे घर होया है, उस नूं तू अपने उत्ते भी वापरिया जान। मौत सब नूं वापरदी है। कबीर भली मधु करी, नाना विध को नाज। दावा काहू को नहीं, बड़ा देश बड़ राज। कबीर जी कहते ਹਨ मंग के भिक्षा दी लई रोटी चंगी है, जिस विच कई प्रकार दा अनाज अन्न हुंदा है। फिर रोटी मंग के खाण वाले दा किसे चीज नाल दावा नहीं हुंदा। उस वास्ते बड़ा वड्डा देश अते वड्डा हरी राज मंगण वास्ते हुंदा है। जिथों ते जिथे जी करे
ਮੰਗ ਕੇ ਖਾ ਲਵੇ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹੈ, ਸੋ ਗਨੈ ਇੰਦਰ ਸੋਰੰਕ। ਕਬੀਰ ਜੀ ਕਹਿੰਦੇ ਹਨ, ਮਲਕੀਅਤ ਦਾ ਦਾਵਾ ਕਰਨਾ ਤਥਾ ਮਲਕੀਅਤ ਬਣਾਉਣ ਨਾਲ ਅੰਦਰ ਈਰਖਾ ਦੀ ਅੱਗ ਅਥਵਾ ਹੋਮੈ ਨਾਲ ਸੜਨ ਪੈਦਾ ਹੁੰਦੀ ਹੈ। ਪਰੰਤੂ ਜਿਹੜਾ ਪੁਰਸ਼ ਕੋਈ ਮਲਕੀਅਤ ਜਾਇਦਾਦ ਨਹੀਂ ਬਣਾਉਂਦਾ, ਉਸ ਨੂੰ ਕੋਈ ਚਿੰਤਾ ਨਹੀਂ ਹੁੰਦੀ ਤੇ ਉਹ ਇੰਦਰ ਰਾਜੇ ਨੂੰ ਵੀ ਕੰਗਾਲ ਹੀ ਸਮਝਦਾ ਹੈ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈ ਪੀਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਜੀ ਕਹਿੰਦੇ ਹਨ, ਪਾਲ ਕਿਨਾਰਿਆਂ ਤੱਕ ਮੂੰਹ ਤੱਕ ਨਕਾ ਨਕ ਸਰੋਵਰ ਭਰਿਆ ਹੋਇਆ ਹੈ, ਪਰ ਉਸਦੇ ਪਾਣੀ ਨੂੰ ਕੋਈ ਪੀ ਨਹੀਂ ਸਕਦਾ। ਹੇ ਕਬੀਰ, ਵੱਡੇ ਭਾਗਾ ਕਰਕੇ ਤੂੰ ਇਸ ਪਾਣੀ ਨੂੰ ਪਾ ਲਿਆ ਹੈ ਤੇ ਹੁਣ ਤੇ ਬੁੱਕ ਭਰ ਭਰ ਕੇ ਪੀ। ਇਹ ਅਮੁਕ ਹੈ ਵਾਹਿਗੁਰੂ ਨਾਮ ਦਾ ਸਰੋਵਰ ਜਲ। ਕਬੀਰ ਪ੍ਰਭਾਤੇ ਤਾਰੇ ਖਿਸੈ, ਤੋ ਇਹ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹਿਓ ਕਬੀਰ। ਕਬੀਰ ਜੀ ਕਹਿੰਦੇ ਹਨ, ਜਿਸ ਤਰ੍ਹਾਂ ਪ੍ਰਭਾਤ ਸਮੇਂ ਆਕਾਸ਼ ਦੇ ਤਾਰੇ ਖਿਸਕਦੇ ਜਾਂਦੇ ਹਨ, ਤਿਵੇਂ ਹੀ ਬੁਢੇਪੇ ਕਾਰਨ ਇਹ ਸਰੀਰ ਢਲਦਾ ਪਿੱਛੇ ਹਟਦਾ ਜਾਂਦਾ ਹੈ। ਪਰ ਇਹ ਦੋ ਰਾਮ ਨਾਮ ਦੇ ਅੱਖਰ ਨਹੀਂ ਮਿਟਦੇ, ਜਿਸ ਕਰਕੇ ਉਹਨਾਂ ਨੂੰ ਹੀ ਕਬੀਰ ਜੀ ਨੇ ਫੜ ਰੱਖਿਆ ਹੈ ਹਿਰਦੇ ਵਿੱਚ ਸਿਮਰਨ ਦੁਆਰਾ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਪੰਡਤ ਪੰਡਤ ਜਲ ਮੁਏ, ਮੂਰਖ ਉਬਰੇ ਭਾਗ। ਕਬੀਰ ਜੀ ਕਹਿੰਦੇ ਹਨ, ਇਹ ਜਗਤ ਰੂਪੀ ਕੋਠੀ ਲੱਕੜ ਦੀ ਹੈ। ਇਸ ਦੇ 10 ਦਿਸ਼ਾ ਵਿੱਚ ਹੀ ਮੋਹ ਮਾਇਆ ਦੀ ਅੱਗ ਲੱਗੀ ਹੋਈ ਹੈ, ਜਿਸ ਅੱਗ ਵਿੱਚ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਸੜ ਮਰਦੇ ਹਨ ਅਤੇ ਇਸ ਮੋਹ ਮਾਇਆ ਤੋਂ ਨਿਰਲੇਪ ਰਹਿਣ ਵਾਲੇ, ਜਿਨ੍ਹਾਂ ਨੂੰ ਲੋਕ ਮੂਰਖ ਸਮਝਦੇ ਹਨ, ਉਹ ਭੱਜ ਕੇ ਬਚ ਨਿਕਲਦੇ ਹਨ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। 52 ਅੱਖਰ ਸੋਧ ਕੈ, ਹਰ ਚਰਣੀ ਚਿਤ ਲਾਏ। ਹੇ ਕਬੀਰ, ਭਰਮ ਨੂੰ ਦੂਰ ਕਰਕੇ ਅਰਥਾਤ ਧਾਰਮਿਕ ਗ੍ਰੰਥਾਂ ਨੂੰ, ਜਿਨ੍ਹਾਂ ਵਿੱਚ ਕਰਮ ਕਾਂਡਾਂ ਦਾ ਵੇਰਵਾ ਹੈ, ਬਿਨਾਂ ਕਿਸੇ ਭਰਮ ਦੇ ਤਿਆਗ ਦੇ, ਉਹਨਾਂ ਦੀਆਂ ਲਿਖਤਾਂ ਪਿੱਛੇ ਨਾ ਲੱਗ। ਤੂੰ ਕੇਵਲ 52 ਅੱਖਰਾਂ ਹਿੰਦੀ ਵਰਣਮਾਲਾ ਦੇ ਅੱਖਰਾਂ ਨੂੰ ਸੋਚ ਕੇ ਵਿਚਾਰ ਕੇ ਕਿ ਇਹਨਾਂ ਵਿੱਚ ਕੀ ਉਪਦੇਸ਼ ਹੈ, ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ। ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਨੂੰ ਜੋੜਨ ਦਾ ਭਾਵ ਹੈ ਉਸ ਦੀ ਸਿਫਤ ਸਲਾਹ, ਉਸ ਦਾ ਸਿਮਰਨ ਕਰਨਾ। ਕਬੀਰ
संत ना छाड़े संतई, जो कोटक मिले असंत। मलियागर भुयंगम बेढ़ो, ता शीतल ताना तजंत। कबीर जी कहते हैं, संत महापुरुष अपने संत पुणे शुभ गुणा दे सुभाव ਨੂੰ ਨਹੀਂ ਛੱਡਦਾ, ਭਾਵੇਂ ਉਸ ਨੂੰ ਕਰੋੜਾਂ ਹੀ ਅਸੰਤ ਮੁੰਦ ਕਰਮੀ ਪੁਰਸ਼ਾਂ ਨਾਲ ਮੇਲ ਹੋਵੇ। ਜਿਸ ਤਰ੍ਹਾਂ ਕਿ ਚੰਦਨ ਦਾ ਬ੍ਰਿਛ ਸੱਪਾਂ ਨਾਲ ਲਪੇਟਿਆ ਹੋਇਆ ਵੀ ਆਪਣੀ ਸੀਤਲਤਾ ਠੰਡਕ ਨਹੀਂ ਤਿਆਗਦਾ। ਕਬੀਰ ਮਨ ਸੀਤਲ ਭਇਆ, पाया ब्रह्म ज्ञान। जिन ज्वाला जग जारिया, सो जन के उदक समान। कबीर जी कहते हैं, मन शांत हो गया है, ब्रह्म ज्ञान जीव आत्मा दे भेद नूं पा लिया है। हुण जेड़ी माया अग्नि ने संसार दे जीवां नूं अपनी लपेट विच लैके साड़ दिता है, ओह अग्नि दास लई पानी समान ठंडी ठार हो गई है। कबीर सारी सिरजनहार की, जाने नाही कोई। कै जाने आपन धनी, कै दास दीवानी होए। कबीर जी कहते हैं, यह सृष्टि रचनहार परमात्मा दी खेल है। इस खेल नूं कोई नहीं जानदा, परमात्मा आप ही इस नूं जानदा है। ते जा कोई उस दे दरबार तथा हजूरी विच रहन वाला उस दा भगत ही उस दी सृष्टि रचना दी खेड नूं जान सकदा है। कबीर भली भई जो भो परिया, दिसा गई सब भूल। ओरा घर पानी भया, जाए मिलियो ढलकूल। कबीर जी कहते हैं, यह चंगी गल है कोई की परमात्मा दा डर मन विच पै गया, जिस नाल संसार दी दिशा सब भुल गई है। जिस तरह गड़ा गर्मी नाल ढल के पानी रूप हो जाता है अते पहाड़ दी कुल आड़ विच जा मिलता है, इस तरह ही परमात्मा दे भै करके एक परमात्मा नाम दी कुल विच मिल जाता है। होइयां गलतियां साध संगत जी माफ करना। चैनल परमात्म की मौज नूं सबसक्राइब करो, लाइक करो ते शेयर करो। गुरबाणी नाल जुड़ो, गुरु दी उपमा करो। वाहिगुरु जी का खालसा, वाहिगुरु जी की फतेह।